ਕਿਤਾਬਾਂ ਅਤੇ ਸਟੇਸ਼ਨਰੀ ਦੀ ਦੁਕਾਨ ਉਦਮਸ਼ੀਲਤਾ ਦਾ ਵਿਸਤਾਰ। ਲੈਕਚਰ ਦੀ ਰੂਪਰੇਖਾ ਕਿਤਾਬਾਂ ਅਤੇ ਸਟੇਸ਼ਨਰੀ ਦੀ ਦੁਕਾਨ ਸਥਾਪਿਤ ਕਰਨ ਬਾਰੇ ਹੈ। ਇਸ ਲੈਕਚਰ ਦੌਰਾਨ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਕਿ ਸਟੇਸ਼ਨਰੀ ਅਤੇ ਕਿਤਾਬਾਂ ਦੇ ਵਪਾਰ ਨੂੰ ਕਿਵੇਂ ਸ਼ੁਰੂ ਕਰੀਏ। ਜਾਣ ਪਛਾਣ। ਸਟੇਸ਼ਨਰੀ ਮਟੀਰੀਅਲ ਤੋਂ ਭਾਵ ਹੈ ਕਿ ਲਿਖਣ ਲਈ ਉਪਯੋਗ ਵਿੱਚ ਆਉਣ ਵਾਲੀ ਸਮੱਗਰੀ। ਸਟੇਸ਼ਨਰੀ ਅਤੇ ਕਿਤਾਬਾਂ ਦਾ ਬਿਜ਼ਨਸ ਇੱਕ ਰਿਟੇਲ ਬਿਜ਼ਨਸ ਹੈ ਜਿਸ ਵਿੱਚ ਮੁੱਖ ਕਿੱਤਾ ਅਲੱਗ-ਅਲੱਗ ਸਿਲੇਬਸ ਦੀਆਂ ਕਿਤਾਬਾਂ, ਕਾਪੀਆਂ, ਪੈਨ, ਪੈਨਸਿਲ, ਲਿਖਣ ਸਮੱਗਰੀ, ਡਰਾਇੰਗ ਸਮੱਗਰੀ ਆਦਿ ਦੀ ਵਿਕਰੀ ਹੁੰਦੀ ਹੈ। ਸੇਵਾਵਾਂ ਅਤੇ ਮੰਤਵ। ਸਟੇਸ਼ਨਰੀ ਸ਼ਾਪ ਦੀਆਂ ਮੁੱਖ ਸੇਵਾਵਾਂ ਹਨ ਕਿਤਾਬਾਂ, ਕਾਪੀਆਂ ਦੀ ਸੇਲ, ਸਟੇਸ਼ਨਰੀ ਮਟੀਰੀਅਲ, ਰਸਾਲੇ, ਚਾਰਟ, ਪੈਨ ਆਦਿ ਦੀ ਸੇਲ, ਲਿਖਣ ਸਮੱਗਰੀ ਆਦਿ ਦੀ ਸੇਲ। ਸਟੇਸ਼ਨਰੀ ਅਤੇ ਕਿਤਾਬਾਂ ਦੀ ਦੁਕਾਨ ਇੱਕ ਅਜਿਹਾ ਉਦਮ ਹੈ ਜਿਸ ਵਿੱਚ ਦੁਕਾਨਦਾਰ ਦੁਆਰਾ ਗ੍ਰਾਹਕਾਂ ਨੂੰ ਵਾਜਿਬ ਮੁੱਲ 'ਤੇ ਕਿਤਾਬਾਂ, ਕਾਪੀਆਂ ਅਤੇ ਸਟੇਸ਼ਨਰੀ ਸਮੱਗਰੀ ਮੁਹੱਈਆ ਕਰਵਾਈ ਜਾਂਦੀ ਹੈ। ਸਟੇਸ਼ਨਰੀ ਅਤੇ ਕਿਤਾਬਾਂ ਦੀ ਸੇਲ ਦੇ ਨਾਲ ਮੈਗਜ਼ੀਨ ਦੀ ਸੇਲ ਵੀ ਕਰ ਸਕਦੇ ਹੋ। ਕਿਤਾਬਾਂ ਅਤੇ ਸਟੇਸ਼ਨਰੀ ਆਈਟਮਾਂ ਨੂੰ ਸੇਲ ਕਰਨ ਲਈ ਤੁਹਾਡੇ ਕੋਲ ਇਹਨਾਂ ਦਾ ਭਰਪੂਰ ਸਟਾਕ ਹੋਣਾ ਜ਼ਰੂਰੀ ਹੈ। ਸਟੇਸ਼ਨਰੀ ਅਤੇ ਕਿਤਾਬਾਂ ਦੇ ਡੀਲਰ ਅਤੇ ਇਹਨਾਂ ਦੇ ਵਪਾਰੀ ਦੁਕਾਨਦਾਰਾਂ ਨੂੰ ਰੋਜ਼ਾਨਾ ਦੀ ਜ਼ਰੂਰਤ ਅਨੁਸਾਰ ਸਟੇਸ਼ਨਰੀ ਮੁਹੱਈਆ ਕਰਵਾਉਂਦੇ ਹਨ। ਇਸ ਤੋਂ ਬਾਅਦ ਦੁਕਾਨਦਾਰ ਇਹਨਾਂ ਸਟੇਸ਼ਨਰੀ ਵਸਤੂਆਂ ਨੂੰ ਗ੍ਰਾਹਕਾਂ ਤੱਕ ਪਹੁੰਚਾਉਂਦਾ ਹੈ। ਹਰ ਰੋਜ਼ ਨਵੀਆਂ ਤਰ੍ਹਾਂ ਦੀਆਂ ਸਟੇਸ਼ਨਰੀ ਵਸਤੂਆਂ ਬਾਜ਼ਾਰ ਵਿੱਚ ਆਉਂਦੀਆਂ ਹਨ। ਜ਼ਿਆਦਾਤਰ ਸਟੇਸ਼ਨਰੀ ਅਤੇ ਕਿਤਾਬਾਂ ਪਬਲਿਸ਼ਰਾਂ, ਏਜੰਟਾਂ ਅਤੇ ਡੀਲਰਾਂ ਦੁਆਰਾ ਦੁਕਾਨਦਾਰ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਸਟੇਸ਼ਨਰੀ ਅਤੇ ਕਿਤਾਬਾਂ ਦੇ ਵਪਾਰ ਵਿੱਚ ਪਿਛਲੇ ਕੁਝ ਸਮੇਂ ਤੋਂ ਜ਼ਬਰਦਸਤ ਬਦਲਾਅ ਆਇਆ ਹੈ। ਨਵੇਂ ਸਕੂਲ, ਕਾਲਜ ਅਤੇ ਸਿੱਖਿਆ ਸੰਸਥਾਵਾਂ ਦੇ ਹੋਂਦ ਵਿੱਚ ਆਉਣ ਕਰਕੇ ਅਤੇ ਨਾਲ ਹੀ ਸਿੱਖਿਆਰਥੀਆਂ ਦੀਆਂ ਗਿਣਤੀਆਂ ਵਧਣ ਕਰਕੇ ਇਸ ਵਪਾਰ ਨੂੰ ਲਾਭ ਹੋਇਆ ਹੈ। ਸਟੇਸ਼ਨਰੀ ਅਤੇ ਕਿਤਾਬਾਂ ਦੀ ਦੁਕਾਨ ਦੇ ਮਾਲਕਾਂ ਦੀ ਗ੍ਰਾਹਕਾਂ ਨੂੰ ਆਪਣੀ ਦੁਕਾਨ ਵੱਲ ਆਕਰਸ਼ਿਤ ਕਰਨ ਦੀ ਹੋੜ ਲੱਗੀ ਹੋਈ ਹੈ। ਹਰ ਇੱਕ ਵਪਾਰੀ, ਹਰ ਇੱਕ ਦੁਕਾਨਦਾਰ ਆਪਣੀ ਸੇਲ ਨੂੰ ਵਧਾਉਣਾ ਚਾਹੁੰਦਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਗ੍ਰਾਹਕ ਆਪਣੇ ਨਾਲ ਜੋੜਨਾ ਚਾਹੁੰਦਾ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਤੁਹਾਡੇ ਕੋਲ ਵੇਚਣਯੋਗ ਭਰਪੂਰ ਸਮੱਗਰੀ ਹੈ। ਇਸ ਵਿੱਚ ਮਹੱਤਵਪੂਰਨ ਹੈ ਕਿ ਦੁਕਾਨ ਦਾ ਜੋ ਦ੍ਰਿਸ਼ ਹੈ ਅਤੇ ਖਾਨਿਆਂ ਵਿੱਚ ਲੱਗੀਆਂ ਹੋਈਆਂ ਕਿਤਾਬਾਂ ਜਾਂ ਸਟੇਸ਼ਨਰੀ ਵਸਤੂਆਂ ਨੂੰ ਸੁਚੱਜੇ ਢੰਗ ਦੇ ਨਾਲ ਡਿਸਪਲੇ ਕਰੋ, ਉਹਨਾਂ ਨੂੰ ਸੁਚੱਜੇ ਢੰਗ ਦੇ ਨਾਲ ਲਗਾਓ। ਸਟੇਸ਼ਨਰੀ ਅਤੇ ਕਿਤਾਬਾਂ ਦੀ ਦੁਕਾਨ ਖੋਲ੍ਹਣ ਲਈ ਕੁਝ ਵਿਸ਼ੇਸ਼ ਗੱਲਾਂ ਬਾਰੇ ਜਾਣਕਾਰੀ ਇਸ ਤਰ੍ਹਾਂ ਹੈ। ਸਭ ਤੋਂ ਪਹਿਲਾਂ ਬਿਜ਼ਨਸ ਪ੍ਰੋਜੈਕਟ ਪਲਾਨ। ਕਿਸੇ ਵੀ ਵਪਾਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬਿਜ਼ਨਸ ਪ੍ਰੋਜੈਕਟ ਪਲਾਨ ਜ਼ਰੂਰ ਬਣਾਓ। ਬਿਜ਼ਨਸ ਪ੍ਰੋਜੈਕਟ ਪਲਾਨ ਤੁਹਾਨੂੰ ਆਪਣੇ ਕਾਰਜਾਂ ਨੂੰ ਸੂਚੀਬੱਧ ਕਰਨ ਦੇ ਵਿੱਚ ਸਹਾਇਕ ਹੋਵੇਗਾ। ਇਸ ਨਾਲ ਤੁਸੀਂ ਬਿਜ਼ਨਸ ਦੇ ਸ਼ੁਰੂ ਵਿੱਚ ਆਉਣ ਵਾਲੀਆਂ ਔਕੜਾਂ, ਜਿਵੇਂ ਕਿ ਤੁਹਾਨੂੰ ਦੁਕਾਨ ਵਾਸਤੇ ਸਥਾਨ ਦੀ ਜ਼ਰੂਰਤ ਹੈ, ਜੋ ਫਾਈਨਾਂਸ ਦੀ ਜ਼ਰੂਰਤ ਹੈ ਜਾਂ ਲੋਨ ਦੀ ਜ਼ਰੂਰਤ ਹੈ, ਨਾਲ ਹੀ ਹੋਲਸੇਲ ਮਾਰਕੀਟ ਆਦਿ ਨੂੰ ਸਮਝਣ ਦੀ ਜ਼ਰੂਰਤ ਅਤੇ ਉਹਨਾਂ ਦੇ ਸੰਭਵ ਹੱਲ ਲੱਭਣ ਵਿੱਚ ਮਦਦ ਮਿਲੇਗੀ। ਪ੍ਰੋਜੈਕਟ ਪਲਾਨ ਦੇ ਵਿੱਚ ਤੁਸੀਂ ਇਹ ਦਰਸਾ ਸਕਦੇ ਹੋ ਕਿ ਤੁਹਾਡੇ ਮੁੱਢਲੇ ਖਰਚ ਕਿਹੜੇ ਹਨ, ਜਿਵੇਂ ਕਿ ਜੇਕਰ ਤੁਸੀਂ ਕੋਈ ਦੁਕਾਨ ਕਿਰਾਏ 'ਤੇ ਜਾਂ ਲੀਜ਼ 'ਤੇ ਲੈਣੀ ਹੋਵੇ, ਉਸ ਤੋਂ ਬਾਅਦ ਤੁਸੀਂ ਦੁਕਾਨ ਦੇ ਅੰਦਰ ਉਸ ਦੀ ਤਿਆਰੀ ਜਾਂ ਫਰਨੀਚਰ 'ਤੇ ਜੋ ਖਰਚਾ ਕਰਨਾ ਹੈ, ਉਸ ਤੋਂ ਬਾਅਦ ਬਿਜ਼ਨਸ ਸ਼ੁਰੂ ਕਰਨ ਲਈ ਜੋ ਤੁਹਾਡਾ ਇਨੀਸ਼ੀਅਲ ਸਟਾਕ ਹੈ, ਸ਼ੁਰੂਆਤੀ ਜੋ ਸਟਾਕ ਹੈ, ਉਸ ਦੀ ਖਰੀਦ। ਸ਼ੁਰੂ ਵਿੱਚ ਤੁਹਾਨੂੰ ਸਟੇਸ਼ਨਰੀ ਅਤੇ ਕਿਤਾਬਾਂ ਕਾਫੀ ਭਾਰੀ ਮਾਤਰਾ ਵਿੱਚ ਖਰੀਦਣੀਆਂ ਪੈਣਗੀਆਂ। ਇਹਨਾਂ ਸਾਰੇ ਦਾ ਵੇਰਵਾ ਤੁਸੀਂ ਇੱਕ ਪ੍ਰੋਜੈਕਟ ਪਲਾਨ ਦੇ ਵਿੱਚ ਲਿਖੋ। ਆਪਣੇ ਸਾਰੇ ਸਵਾਲਾਂ ਅਤੇ ਸੁਝਾਵਾਂ ਨੂੰ ਇੱਕ ਕਾਗਜ਼ 'ਤੇ ਲਿਖੋ ਅਤੇ ਫਿਰ ਇਸ 'ਤੇ ਵਿਚਾਰ ਕਰਕੇ ਪ੍ਰੋਜੈਕਟ ਪਲਾਨ ਬਣਾਓ। ਬਿਜ਼ਨਸ ਪਲਾਨ ਨਾਲ ਤੁਸੀਂ ਵਪਾਰ ਵਿੱਚ ਆਉਣ ਵਾਲੀਆਂ ਔਕੜਾਂ ਨੂੰ ਪਹਿਲਾਂ ਹੀ ਵਿਚਾਰ ਕੇ ਉਹਨਾਂ ਦੇ ਸੰਭਵ ਹੱਲ ਵੀ ਲੱਭ ਸਕਦੇ ਹੋ। ਪ੍ਰੋਜੈਕਟ ਪਲਾਨ ਬੈਂਕ ਜਾਂ ਵਿੱਤ ਸੰਸਥਾਵਾਂ ਤੋਂ ਲੋਨ ਕਰਵਾਉਣ ਵਿੱਚ ਵੀ ਸਹਾਇਕ ਹੁੰਦੇ ਹਨ। ਬਿਜ਼ਨਸ ਪਲਾਨ ਦੇ ਅੰਦਰ ਹੇਠ ਲਿਖੀਆਂ ਜਾਣਕਾਰੀਆਂ ਬਾਰੇ ਸੰਖੇਪ ਵਿੱਚ ਦੱਸਿਆ ਜਾ ਸਕਦਾ ਹੈ।
ਇਨੀਸ਼ੀਅਲ ਇਨਵੈਸਟਮੈਂਟ ਜਾਂ ਵਿੱਤ ਅਤੇ ਤੁਹਾਨੂੰ ਲੋਨ ਦੀ ਕਿੰਨੀ ਜ਼ਰੂਰਤ ਹੈ ਉਸ ਦਾ ਵੇਰਵਾ, ਤੁਹਾਡੇ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਵੇਰਵਾ, ਮਾਰਕੀਟ ਦਾ ਨਿਰੀਖਣ, ਦੁਕਾਨ ਨੂੰ ਚਲਾਉਣ ਲਈ ਖਰਚ ਅਤੇ ਹੋਣ ਵਾਲੀ ਆਮਦਨ ਦਾ ਬਿਊਰਾ, ਦੁਕਾਨ ਲਈ ਸਹੀ ਜਗ੍ਹਾ ਦੀ ਚੋਣ। ਸਟੇਸ਼ਨਰੀ ਅਤੇ ਕਿਤਾਬਾਂ ਦੀ ਦੁਕਾਨ ਲਈ ਜਗ੍ਹਾ ਦੀ ਚੋਣ ਮਹੱਤਵਪੂਰਨ ਹੈ। ਦੁਕਾਨ ਲਈ ਅਜਿਹੀ ਜਗ੍ਹਾ ਦੀ ਖੋਜ ਕਰੋ ਜਿਸ ਦੇ ਨੇੜੇ ਕੋਈ ਸਕੂਲ, ਕਾਲਜ ਜਾਂ ਸਿੱਖਿਆ ਸੰਸਥਾ ਹੋਵੇ ਜਿੱਥੇ ਕਿ ਵਿਦਿਆਰਥੀਆਂ ਦਾ ਆਉਣਾ ਜਾਣਾ ਵਧੇਰੇ ਹੋਵੇ। ਇਹ ਤੁਹਾਡੀ ਦੁਕਾਨ ਲਈ ਲਾਹੇਵੰਦ ਹੋਵੇਗਾ। ਜੇਕਰ ਦੁਕਾਨ ਬਾਜ਼ਾਰ ਦੇ ਅੰਦਰ ਹੋਵੇ ਜਾਂ ਅਜਿਹੀ ਜਗ੍ਹਾ ਜਿੱਥੇ ਕਿ ਗ੍ਰਾਹਕਾਂ ਦਾ ਆਉਣਾ ਜਾਣਾ ਵਧੇਰਾ ਹੋਵੇ, ਜਿਵੇਂ ਕਿ ਬੱਸ ਅੱਡਾ, ਰੇਲਵੇ ਸਟੇਸ਼ਨ ਜਾਂ ਬਾਜ਼ਾਰ, ਜਿੱਥੇ ਕਿ ਆਮ ਤੌਰ 'ਤੇ ਹਰ ਤਰ੍ਹਾਂ ਦਾ ਸਮਾਨ ਮਿਲਦਾ ਹੈ, ਜੇਕਰ ਅਜਿਹੀ ਜਗ੍ਹਾ ਦੀ ਚੋਣ ਕੀਤੀ ਜਾਵੇ ਤਾਂ ਇਹ ਲਾਭਕਾਰੀ ਹੋਵੇਗਾ। ਇਸ ਤੋਂ ਇਲਾਵਾ ਪਾਰਕਿੰਗ ਏਰੀਆ ਲਾਗੇ ਹੋਣਾ ਵੀ ਦੁਕਾਨ ਲਈ ਲਾਹੇਵੰਦ ਹੈ। ਦੁਕਾਨ ਲਈ ਜਗ੍ਹਾ ਦੀ ਚੋਣ ਅਜਿਹੇ ਖੇਤਰ ਵਿੱਚ ਹੋਵੇ ਜਿੱਥੇ ਕਿ ਗ੍ਰਾਹਕ ਆਸਾਨੀ ਨਾਲ ਪਹੁੰਚ ਸਕੇ। ਜੇਕਰ ਤੁਸੀਂ ਕੋਈ ਅਜਿਹੋ ਜਿਹਾ ਏਰੀਆ ਚੁਣਦੇ ਹੋ ਜਿੱਥੇ ਕਿ ਪਹੁੰਚਣ 'ਚ ਬੜੀ ਮੁਸ਼ਕਿਲ ਆਉਂਦੀ ਹੋਵੇ, ਇਹੋ ਜਿਹੀ ਜਗ੍ਹਾ ਦੁਕਾਨ ਲਈ ਢੁਕਵੀਂ ਨਹੀਂ ਹੈ। ਅਜਿਹੀ ਸੂਰਤ ਵਿੱਚ ਆਪਣੇ ਇਲਾਕੇ ਦਾ ਜਾਇਜ਼ਾ ਲਵੋ ਕਿ ਕਿਸ ਇਲਾਕੇ ਵਿੱਚ ਕਿੰਨੀਆਂ ਦੁਕਾਨਾਂ ਹਨ ਅਤੇ ਉਹ ਕਿਹੋ ਜਿਹੀਆਂ ਸੇਵਾਵਾਂ ਦੇ ਰਹੀਆਂ ਹਨ। ਦੁਕਾਨ ਦੀ ਜਗ੍ਹਾ ਦਾ ਸੰਬੰਧ ਸਿੱਧਾ ਤੁਹਾਡੇ ਮੁਨਾਫੇ ਨਾਲ ਹੈ। ਸਟੇਸ਼ਨਰੀ ਬਿਜ਼ਨਸ ਲਈ ਦੁਕਾਨ ਕਿਰਾਏ 'ਤੇ ਵੀ ਲਈ ਜਾ ਸਕਦੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਬਿਜ਼ਨਸ ਸ਼ੁਰੂ ਕਰਨ ਵੇਲੇ ਆਪਣੀ ਦੁਕਾਨ ਖਰੀਦ ਕੇ ਹੀ ਆਪਣਾ ਬਿਜ਼ਨਸ ਸ਼ੁਰੂ ਕਰਨਾ ਹੈ। ਤੁਸੀਂ ਇਸ ਨੂੰ ਕਿਰਾਏ 'ਤੇ ਵੀ ਸ਼ੁਰੂ ਕਰ ਸਕਦੇ ਹੋ। ਅਗਲੀ ਮਹੱਤਵਪੂਰਨ ਜਾਣਕਾਰੀ ਹੈ ਦੁਕਾਨ ਦੇ ਨਾਮ ਦੀ ਚੋਣ। ਦੁਕਾਨਦਾਰ ਆਪਣੀ ਦੁਕਾਨ ਦਾ ਨਾਮ ਆਪਣੀ ਮਰਜ਼ੀ ਨਾਲ ਰੱਖ ਸਕਦਾ ਹੈ। ਇਸ ਵਿੱਚ ਸਿਰਫ ਧਿਆਨ ਰੱਖਣ ਯੋਗ ਗੱਲ ਇਹ ਹੈ ਕਿ ਦੁਕਾਨ ਦਾ ਨਾਮ ਸਰਲ ਹੋਵੇ ਅਤੇ ਅਜਿਹਾ ਹੋਵੇ ਜਿਹੜਾ ਕਿ ਹਰ ਇੱਕ ਨੂੰ ਆਸਾਨੀ ਦੇ ਨਾਲ ਯਾਦ ਹੋ ਸਕੇ, ਤਾਂ ਜੋ ਕਿ ਦੂਸਰਾ ਕੋਈ ਵੀ ਵਿਅਕਤੀ ਤੁਹਾਡੀ ਦੁਕਾਨਦਾਰ ਦਾ ਨਾਮ ਆਸਾਨੀ ਨਾਲ ਕਿਸੇ ਦੂਸਰੇ ਗ੍ਰਾਹਕ ਨੂੰ ਰਿਕਮੈਂਡ ਕਰ ਸਕੇ। ਦੁਕਾਨ ਦਾ ਏਰੀਆ ਤੁਹਾਡੇ ਕੋਲ ਉਪਲਬਧ ਧਨ 'ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਕੋਲ ਕਿੰਨਾ ਫਾਈਨਾਂਸ ਹੈ, ਜਿਸ ਦੇ ਹਿਸਾਬ ਨਾਲ ਤੁਸੀਂ ਕਿੰਨੀ ਵੱਡੀ ਦੁਕਾਨ ਚੁਣ ਸਕਦੇ ਹੋ। ਦੁਕਾਨ ਦੇ ਏਰੀਏ ਦੇ ਹਿਸਾਬ ਨਾਲ ਹੀ ਉਸ ਅੰਦਰ ਕਿਤਾਬਾਂ ਅਤੇ ਸਟੇਸ਼ਨਰੀ ਮਟੀਰੀਅਲ ਸਟਾਕ ਕੀਤਾ ਜਾ ਸਕਦਾ ਹੈ। ਸਟੇਸ਼ਨਰੀ ਅਤੇ ਕਿਤਾਬਾਂ ਦੀ ਦੁਕਾਨ ਦੀਆਂ ਸੇਵਾਵਾਂ: ਸਮੇਂ ਸਿਰ ਸਹੀ ਜਗ੍ਹਾ 'ਤੇ ਸਹੀ ਚੀਜ਼ ਮੁਹੱਈਆ ਕਰਵਾਉਣਾ, ਗ੍ਰਾਹਕ ਦੀ ਜ਼ਰੂਰਤ ਅਨੁਸਾਰ ਕਿਤਾਬਾਂ ਅਤੇ ਸਟੇਸ਼ਨਰੀ ਮੁਹੱਈਆ ਕਰਵਾਉਣਾ, ਦੁਕਾਨ ਨੂੰ ਖੋਲ੍ਹਣ ਦਾ ਅਤੇ ਬੰਦ ਕਰਨ ਦਾ ਸਮਾਂ ਗ੍ਰਾਹਕਾਂ ਦੀ ਜ਼ਰੂਰਤ ਅਨੁਸਾਰ ਹੋਵੇ। ਜਿਵੇਂ ਕਿ ਸਕੂਲ ਨੇ ਸਵੇਰੇ ਆਮ ਤੌਰ 'ਤੇ ਜਲਦੀ ਖੁੱਲ੍ਹ ਜਾਂਦੇ ਹਨ। ਕਈ ਵਾਰ ਵਿਦਿਆਰਥੀਆਂ ਨੂੰ ਸਕੂਲ ਜਾਣ ਤੋਂ ਪਹਿਲਾਂ ਕੁਝ ਸਟੇਸ਼ਨਰੀ ਜਾਂ ਕਿਤਾਬਾਂ ਕਾਪੀਆਂ ਦੀ ਜ਼ਰੂਰਤ ਹੋ ਸਕਦੀ ਹੈ, ਅਤੇ ਉਸ ਸੂਰਤ ਦੇ ਵਿੱਚ ਜੇਕਰ ਤੁਹਾਡੀ ਦੁਕਾਨ ਸਕੂਲ ਦੇ ਸਮੇਂ ਤੋਂ ਪਹਿਲਾਂ ਖੁੱਲ੍ਹੀ ਹੋਵੇ ਅਤੇ ਉਸ ਦੌਰਾਨ ਵੀ ਤੁਸੀਂ ਕਿਤਾਬਾਂ ਕਾਪੀਆਂ ਦੀ ਸੇਲ ਕਰ ਸਕਦੇ ਹੋ। ਸਟੇਸ਼ਨਰੀ ਅਤੇ ਕਿਤਾਬਾਂ ਦੀ ਦੁਕਾਨ ਨੂੰ ਚਲਾਉਣ ਲਈ ਕੁਝ ਮਹੱਤਵਪੂਰਨ ਗੱਲਾਂ ਇਸ ਪ੍ਰਕਾਰ ਹਨ। ਗ੍ਰਾਹਕਾਂ ਨੂੰ ਚੰਗੀਆਂ ਸੇਵਾਵਾਂ ਦਿਓ, ਸਹੀ ਕੀਮਤ ਦੇ ਵਿੱਚ ਸਹੀ ਚੀਜ਼ ਦੇਣਾ, ਗ੍ਰਾਹਕਾਂ ਦੇ ਨਾਲ ਚੰਗਾ ਵਿਵਹਾਰ ਅਤੇ ਚੰਗੇ ਸੰਬੰਧ ਰੱਖਣਾ, ਕਿਉਂਕਿ ਅਗਰ ਕਿਸੇ ਗ੍ਰਾਹਕ ਦੇ ਨਾਲ ਤੁਹਾਡਾ ਵਿਵਹਾਰ ਅਤੇ ਤੁਹਾਡੇ ਸੰਬੰਧ ਚੰਗੇ ਹੋਣਗੇ ਤਾਂ ਹੀ ਉਹ ਤੁਹਾਡੇ ਬਾਰੇ, ਤੁਹਾਡੀ ਸੇਵਾਵਾਂ ਬਾਰੇ ਦੂਸਰੇ ਗ੍ਰਾਹਕਾਂ ਨੂੰ ਦੱਸੇਗਾ। ਗ੍ਰਾਹਕਾਂ ਦੀ ਜ਼ਰੂਰਤ ਦਾ ਖਿਆਲ ਰੱਖੋ ਅਤੇ ਉਹਨਾਂ ਦੀਆਂ ਉਮੀਦਾਂ 'ਤੇ ਖਰੇ ਉਤਰੋ। ਕਿਤਾਬਾਂ ਅਤੇ ਸਟੇਸ਼ਨਰੀ ਦੀ ਵਿਸਤਾਰਪੂਰਵਕ ਜਾਣਕਾਰੀ ਦਿਓ। ਕਿਤਾਬਾਂ ਨੂੰ ਬਦਲੀ ਕਰਨ ਦੀ ਸਹੂਲਤ ਵੀ ਦਿਓ। ਕਈ ਵਾਰ ਗ੍ਰਾਹਕ ਤੁਹਾਡੇ ਕੋਲੋਂ ਕੋਈ ਸਟੇਸ਼ਨਰੀ ਆਈਟਮ ਜਾਂ ਕਿਤਾਬ ਖਰੀਦ ਲੈਂਦਾ ਹੈ ਜਿਸ ਨੂੰ ਬਦਲਣ ਦੀ ਜ਼ਰੂਰਤ ਜਾਂ ਵਾਪਸ ਕਰਨ ਦੀ ਜ਼ਰੂਰਤ ਪੈ ਸਕਦੀ ਹੈ। ਇਸ ਸੂਰਤ ਦੇ ਵਿੱਚ ਤੁਸੀਂ ਕਿਤਾਬ ਜਾਂ ਸਟੇਸ਼ਨਰੀ ਆਈਟਮ ਨੂੰ ਬਦਲਣ ਦੀ ਸਹੂਲਤ ਵੀ ਦਿਓ। ਕਿਤਾਬਾਂ ਨੂੰ ਰੱਖਣ ਲਈ ਭਰਪੂਰ ਜਗ੍ਹਾ ਹੋਵੇ ਅਤੇ ਕਿਤਾਬਾਂ ਅਤੇ ਸਟੇਸ਼ਨਰੀ ਆਈਟਮਾਂ ਦੀ ਕੀਮਤ ਦੀ ਤੁਹਾਨੂੰ ਪੂਰਨ ਜਾਣਕਾਰੀ ਹੋਣਾ ਵੀ ਜ਼ਰੂਰੀ ਹੈ। ਕਿਤਾਬਾਂ ਦੀ ਘਾਟ ਜਾਂ ਵੱਧ ਜਾਣ 'ਤੇ ਨਿਯੰਤਰਣ ਰੱਖੋ। ਤੁਹਾਡੀ ਦੁਕਾਨ ਅੰਦਰ ਜਿਹੜੀ ਸਟੇਸ਼ਨਰੀ ਜਾਂ ਕਿਤਾਬਾਂ ਦੀ ਸੇਲ ਆਮ ਹੈ, ਰੈਗੂਲਰ ਹੈ, ਉਹ ਤੁਹਾਡੇ ਕੋਲ ਹਮੇਸ਼ਾ ਹੀ ਸਟਾਕ ਦੇ ਵਿੱਚ ਹੋਣੀਆਂ ਚਾਹੀਦੀਆਂ ਹਨ। ਘਟ ਜਾਣ 'ਤੇ ਤੁਰੰਤ ਇਹਨਾਂ ਦੀ ਡਿਮਾਂਡ ਕਰਕੇ ਪਬਲਿਸ਼ਰ ਤੋਂ ਜਾਂ ਡੀਲਰਾਂ ਤੋਂ
ਮੰਗਵਾ ਲੈਣੀਆਂ ਚਾਹੀਦੀਆਂ ਹਨ ਅਤੇ ਨਾਲ ਹੀ ਜਿਹੜੀਆਂ ਕਿਤਾਬਾਂ ਦੀ ਸੇਲ ਬਹੁਤ ਸਮੇਂ ਤੋਂ ਨਹੀਂ ਹੋ ਰਹੀ ਉਹਨਾਂ ਨੂੰ ਤੁਸੀਂ ਆਪਣੇ ਕੋਲ ਸਟਾਕ ਕਰਕੇ ਨਾ ਰੱਖੋ। ਦੁਕਾਨ ਦੇ ਅੰਦਰ ਕਿਤਾਬਾਂ ਅਤੇ ਸਟੇਸ਼ਨਰੀ ਦਾ ਠੀਕ ਤਰ੍ਹਾਂ ਦੇ ਨਾਲ ਪ੍ਰਦਰਸ਼ਨ ਕਰਨਾ ਜ਼ਰੂਰੀ ਹੈ। ਕਿਤਾਬਾਂ ਨੂੰ ਪਹੁੰਚ ਵਿੱਚ ਰੱਖੋ। ਇਸ ਪੇਸ਼ਕਸ਼ ਵਿੱਚ ਸਟੇਸ਼ਨਰੀ ਅਤੇ ਕਿਤਾਬਾਂ ਦੇ ਬਿਜ਼ਨਸ ਨੂੰ ਸ਼ੁਰੂ ਕਰਨ ਸੰਬੰਧੀ ਜ਼ਰੂਰੀ ਗੱਲਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।